ਅੱਜ ਅਸੀਂ ਜੋ 12 ਨੰਬਰ ਪੌੜੀ ਦੇ ਦੋ ਸ਼ਲੋਕ ਰਹਿ ਗਏ ਸਨ। ਇੱਕ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ ਅਤੇ ਇੱਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲੋਂ ਇਹਨਾਂ ਦੋਨਾਂ ਪਾਵਨ ਸ਼ਲੋਕਾਂ ਦੇ ਵਿਚਾਰ ਨੂੰ ਸਮਝਣ ਦਾ ਯਤਨ ਕਰਨਾ ਹੈ। ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸ਼ਲੋਕ ਦੇ ਵਿੱਚ ਫਰਮਾਇਆ ਹੈ, ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਇਸ ਸ਼ਲੋਕ ਦੇ ਰਾਹੀਂ ਪਾਤਸ਼ਾਹ ਜੀ ਨੇ ਬੜਾ ਸੁੰਦਰ ਉਪਦੇਸ਼ ਸਾਨੂੰ ਦੇਣਾ ਕੀਤਾ ਹੈ, ਬੜੀ ਸੋਹਣੀ ਗੱਲ ਸਾਨੂੰ ਸਮਝਾਈ ਹੈ। ਹੁਣ ਦੁਨੀਆ ਦੇ ਲੋਕਾਂ ਦੇ ਅੰਦਰ ਇਹ ਗੱਲ ਪ੍ਰਚਲਿਤ ਸੀ ਕਿ ਜਿਹੜੇ ਕ੍ਰਿਸ਼ਨ ਜੀ ਹਨ, ਇਹਨਾਂ ਦੀ ਆਤਮਾ ਸਾਰੇ ਦੇਵਤਿਆਂ ਅੰਦਰ ਵਾਸ ਕਰਦੀ ਹੈ। ਜਿਹੜੇ ਕ੍ਰਿਸ਼ਨ ਜੀ ਹਨ, ਉਹਨਾਂ ਦੀ ਆਤਮਾ ਸਾਰੇ ਹੀ ਦੇਵਤਿਆਂ ਦੇ ਵਿੱਚ ਵਾਸ ਕਰਦੀ ਹੈ। ਪਰ ਅਸੀਂ ਗੁਰਮਤਿ ਦੇ ਅਸੂਲ ਨੂੰ ਪਿੱਛੇ ਸਮਝ ਕੇ ਆਏ ਹਾਂ ਤੇ ਇੱਥੇ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਕ੍ਰਿਸ਼ਨ ਜੀ ਦੇ ਪਿਤਾ ਕੌਣ ਸਨ। ਕ੍ਰਿਸ਼ਨ ਜੀ ਦੇ ਪਿਤਾ ਸਨ ਵਾਸੂਦੇਵ। ਪਰ ਜਦ ਅਸੀਂ ਗੁਰਮਤਿ ਦੇ ਅਸੂਲ ਨੂੰ ਪੜ੍ਹਦੇ ਹਾਂ, ਗੁਰਮਤਿ ਦੇ ਸਿਧਾਂਤ ਨੂੰ ਪੜ੍ਹਦੇ ਹਾਂ, ਤਾਂ ਇੱਥੇ ਤਾਂ ਗੁਰਬਾਣੀ ਨੇ ਸਾਡੇ ਸਾਹਮਣੇ ਇਹ ਵਿਚਾਰ ਰੱਖੀ ਹੈ ਕਿ ਅਕਾਲ ਪੁਰਖ ਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ, ਤੇ ਨਾਲ ਇਹ ਵੀ ਆਖਿਆ ਉਸਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿ ਗੁਣ ਤੇ ਪ੍ਰਭ ਭੇਦ। ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹ ਆਖਿਆ, ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ, ਉਹ ਮੂੰਹ ਹੀ ਸੜ ਜਾਵੇ ਜਿਹੜਾ ਕਹਿੰਦਾ ਹੈ ਕਿ ਅਕਾਲ ਪੁਰਖ ਰੱਬ ਜੀ ਪਰਮਾਤਮਾ ਅਵਤਾਰ ਲੈ ਕੇ ਦੁਨੀਆ ਦੇ ਵਿੱਚ ਆਉਂਦਾ, ਉਹ ਮੂੰਹ ਸੜ ਜਾਣਾ ਚਾਹੀਦਾ ਹੈ, ਕਿਉਂਕਿ ਪਰਮਾਤਮਾ ਦਾ ਕੋਈ ਰੂਪ ਰੇਖ ਆਕਾਰ ਨਹੀਂ ਹੈ। ਅਕਾਲ ਪੁਰਖ ਦੀ ਸਾਡੇ ਤਰ੍ਹਾਂ ਸਰੀਰ ਹੈ ਕਿ ਦੁਨੀਆ ਦੇ ਵਿੱਚ ਨਹੀਂ ਆਏ, ਉਹਨਾਂ ਦਾ ਰੂਪ ਰੇਖ ਰੰਗ ਆਕਾਰ ਨਹੀਂ। ਇਹ ਗੁਰਮਤਿ ਦਾ ਸਿਧਾਂਤ ਹੈ। ਪਰ ਜਿਹੜੀ ਦੁਨੀਆ ਦੇ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਸੀ, ਉਹ ਕਹਿੰਦੇ ਸੀ ਕਿ ਕ੍ਰਿਸ਼ਨ ਜੀ ਰੱਬ ਹਨ ਅਤੇ ਇਹਨਾਂ ਦੀ ਆਤਮਾ ਸਾਰੀ ਦੇਵਤਿਆਂ ਦੇ ਵਿੱਚ ਵਾਸ ਕਰਦੀ ਹੈ। ਹੁਣ ਕ੍ਰਿਸ਼ਨ ਜੀ ਦੇ ਪਿਤਾ ਸਨ ਵਾਸੂਦੇਵ। ਹੁਣ ਇਹ ਗੱਲ ਸਿੱਧ ਹੋ ਗਈ ਕਿ ਕ੍ਰਿਸ਼ਨ ਜੀ ਦੇ ਪਿਤਾ ਵੀ ਸਨ ਤੇ ਮਾਂ ਦੀ ਗਰਭ ਤੋਂ ਉਹ ਜਨਮ ਲੈ ਕੇ ਆਏ। ਪਰ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਆਖਿਆ ਹੈ, ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ, ਨਾ ਤਿਸ ਭੈਣ ਨਾ ਭਰਾਉ ਕਮਾਇਆ। ਨਾ ਉਹਦਾ ਕੋਈ ਮਾਂ ਹੈ, ਨਾ ਕੋਈ ਪਿਓ ਹੈ, ਨਾ ਭੈਣ ਹੈ ਤੇ ਨਾ ਭਰਾ ਹੈ। ਪਰ ਇੱਥੇ ਕ੍ਰਿਸ਼ਨ ਜੀ ਦੇ ਮਾਂ ਵੀ ਸਨ ਤੇ ਪਿਓ ਵੀ ਸੀ। ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਆਖਿਆ, ਸੰਕਟ ਨਹੀਂ ਪਰੈ ਜੋ ਨਹੀਂ ਆਵੈ, ਨਾਮ ਨਿਰੰਜਨ ਜਾਪੋ ਰੇ। ਕਬੀਰ ਕੋ ਸਵਾਮੀ ਐਸਾ ਠਾਕੁਰ ਜਾ ਕੇ ਮਾਈ ਨਾ ਬਾਪੂ ਰੇ। ਕਬੀਰ ਜੀ ਦਾ ਸਵਾਮੀ ਤਾਂ ਉਹ ਹੈ, ਰੱਬ ਉਹ ਹੈ ਜਿਹਦਾ ਕੋਈ ਮਾਂ ਤੇ ਪਿਓ ਹੈ ਹੀ ਨਹੀਂ। ਉਹ ਤਾਂ ਮਾਇਆ ਦੀ ਕਾਲਕ ਤੋਂ ਰਹਿਤ ਹੈ। ਇੱਥੇ ਤਾਂ ਗੁਰਮਤਿ ਨੇ ਸਾਡੇ ਸਾਹਮਣੇ ਜਦੋਂ ਗੱਲ ਰੱਖੀ ਹੈ ਤਾਂ ਪਾਤਸ਼ਾਹ ਜੀ ਨੇ ਆਖਿਆ, ਨਾ ਉਹ ਮਰੇ ਨਾ ਠਾਗੇ ਜਾਹੀਂ ਜਿਨ ਕਾ ਰਾਮ ਵਸੈ ਮਨ ਮਾਹੀ। ਦੁਨੀਆ ਦੇ ਲੋਕ ਜਿਨ੍ਹਾਂ ਨੂੰ ਰੱਬ ਮੰਨ ਕੇ ਬੈਠੇ ਸੀ, ਉਹ ਤਾਂ ਠੱਗੇ ਵੀ ਗਏ। ਪਰ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਜਿਹੜੇ ਰਾਮ ਦੀ ਗੱਲ ਕੀਤੀ ਹੈ, ਉਹ ਕਿਹੜਾ ਹੈ ਰਾਮ? ਰਮਈਆ ਕੇਵਲ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਹੁਣ ਕ੍ਰਿਸ਼ਨ ਜੀ ਦੀ ਗੱਲ ਅਸੀਂ ਕਰ ਰਹੇ ਸੀ, ਸਮਝ ਰਹੇ ਸੀ ਕਿ ਕ੍ਰਿਸ਼ਨ ਜੀ ਦੇ ਪਿਤਾ ਸਨ ਵਾਸੂਦੇਵ, ਭਾਵ ਕ੍ਰਿਸ਼ਨ ਜੀ ਨੇ ਮਾਂ ਦੇ ਗਰਭ ਤੋਂ ਜਨਮ ਲਿਆ ਸੀ, ਉਹਨਾਂ ਦੇ ਪਿਤਾ ਵੀ ਸਨ। ਦੁਨੀਆ ਦੇ ਲੋਕ ਕ੍ਰਿਸ਼ਨ ਜੀ ਨੂੰ ਰੱਬ ਮੰਨ ਕੇ ਬੈਠੇ ਸੀ। ਪਰ ਇਸ ਸ਼ਲੋਕ ਦੇ ਵਿੱਚ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਵਾਲ ਕੀਤਾ, ਕਹਿੰਦੇ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ। ਹੁਣ ਇਹ ਵੀ ਗੱਲ ਪ੍ਰਚਲਿਤ ਹੈ ਦੁਨੀਆ ਦੇ ਲੋਕਾਂ ਦੇ ਵਿੱਚ। ਕਈ ਲੋਕਾਂ ਦੇ ਮੂੰਹ ਤੋਂ ਇਹ ਸੁਣਨ ਨੂੰ ਮਿਲ ਜਾਂਦਾ ਹੈ ਕਿ ਜੇ ਕ੍ਰਿਸ਼ਨ ਜੀ ਸਨ, ਇਹ ਦੁਆਪਰ ਦੇ ਵਿੱਚ ਆਏ ਤੇ ਦੁਆਪਰ ਤੋਂ ਪਹਿਲਾਂ ਤ੍ਰੇਤਾ ਵੀ ਆਇਆ ਤੇ ਸਤਯੁਗ ਵੀ ਆਇਆ। ਇਹਨਾਂ ਯੁੱਗਾਂ ਦੀ ਗੱਲ ਜਦੋਂ ਅਸੀਂ ਅੱਗੇ 13 ਨੰਬਰ ਪੌੜੀ ਦੀ ਵਿਚਾਰ ਕਰਨੀ, ਉੱਥੇ ਇਸ ਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰਾਂਗੇ। ਕ੍ਰਿਸ਼ਨ ਜੀ ਆ ਰਹੇ ਨੇ ਦੁਆਪਰ ਦੇ ਵਿੱਚ। ਦੁਆਪਰ ਤੋਂ ਪਹਿਲਾਂ ਤ੍ਰੇਤਾ ਵੀ ਹੈ ਤੇ ਸਤਯੁਗ ਵੀ ਹੈ। ਪਰ ਅਸੀਂ ਗੁਰਮਤਿ ਦਾ ਇਹ ਸਿਧਾਂਤ ਪਿੱਛੇ ਪੜ੍ਹ ਕੇ ਆਏ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿਠੁ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੈ ਬਸਾਓ, ਤੂੰ ਜਾਣੋਈ ਸਭ ਸਹਿ ਦੀ ਲੈਸਨ ਜਿਤ ਕਵਾਓ ਕਰ ਆਸਨ ਡਿਠੁ ਚਾਓ। ਕਿ ਅਕਾਲ ਪੁਰਖ ਨੇ ਪਰਮਾਤਮਾ ਨੇ ਪਹਿਲਾਂ ਆਪਣੇ ਆਪ ਨੂੰ ਬਣਾਇਆ ਹੈ, ਫਿਰ ਦੁਨੀਆ ਨੂੰ ਬਣਾਇਆ ਹੈ ਤੇ ਉਹਦੇ ਵਿੱਚ ਸਰਬ ਵਿਆਪਕ ਹੋ ਕੇ ਸਭਨਾਂ ਦੀ ਸੰਭਾਲ ਕਰ ਰਿਹਾ। ਪਰ ਜੇਕਰ ਕ੍ਰਿਸ਼ਨ ਜੀ ਦੀ ਗੱਲ ਕਰੀਏ, ਕ੍ਰਿਸ਼ਨ ਜੀ ਆ ਰਹੇ ਨੇ ਦੁਆਪਰ ਦੇ ਵਿੱਚ ਤੇ ਉਦੋਂ ਪਹਿਲਾਂ ਤ੍ਰੇਤਾ ਵੀ ਸੀ ਤੇ ਸਤਯੁਗ ਵੀ ਸੀ। ਹੁਣ ਸਵਾਲ ਖੜਾ ਹੋ ਗਿਆ ਕਿ ਜਿਹੜੇ ਸਤਯੁਗ ਦੇ ਵਿੱਚ ਦੁਨੀਆ
ਦੁਨੀਆ ਸੀ ਜਿਹੜੀ ਤ੍ਰੇਤੇ ਦੇ ਵਿੱਚ ਸੀ ਉਹਨੂੰ ਕੌਣ ਚਲਾ ਰਿਹਾ ਸੀ? ਅਸੀਂ ਤਾਂ ਮੰਨਦੇ ਹਾਂ ਕਿ ਰੱਬ ਨੇ ਦੁਨੀਆ ਨੂੰ ਬਣਾਇਆ ਹੈ, ਤੇ ਇੱਥੇ ਰੱਬ ਬਾਅਦ ਚ ਪੈਦਾ ਹੋ ਰਿਹਾ ਦੁਆਪਰ ਦੇ ਵਿੱਚ। ਉਦੋਂ ਪਹਿਲਾਂ ਦੋ ਯੁੱਗ ਟੱਪ ਵੀ ਗਏ ਨੇ, ਤ੍ਰੇਤਾ ਵੀ ਟੱਪ ਗਿਆ ਤੇ ਸਤਯੁਗ ਵੀ ਟੱਪ ਗਿਆ। ਸਵਾਲ ਖੜਾ ਹੋ ਗਿਆ ਨੇ, ਗੱਲ ਫੱਬਦੀ ਜੀ ਨਹੀਂ। ਹੁਣ ਵਾਸੂਦੇਵ ਦੇ ਵਿੱਚ ਕਿਹਦੀ ਆਤਮਾ ਸੀ? ਰੱਬ ਬਾਅਦ ਦੇ ਵਿੱਚ ਜਨਮ ਲੈ ਰਿਹਾ ਤੇ ਪਿਓ ਪਹਿਲਾਂ ਜਨਮ ਲੈ ਰਿਹਾ। ਪਰ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਨੇ ਦੁਨੀਆ ਨੂੰ ਬਣਾਇਆ, ਪਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ ਹੈ। ਪਰ ਇੱਥੇ ਕ੍ਰਿਸ਼ਨ ਜੀ ਦੁਆਪਰ ਦੇ ਵਿੱਚ ਆ ਰਹੇ ਨੇ ਤੇ ਉਦੋਂ ਪਹਿਲਾਂ ਦੋ ਯੁੱਗ ਨੇ ਜਿਹੜੇ ਟੱਪ ਗਏ। ਹੁਣ ਗੁਰਮਤਿ ਦਾ ਸਿਧਾਂਤ ਇਹ ਹੈ ਕਿ ਅਕਾਲ ਪੁਰਖ ਨੇ ਦੁਨੀਆ ਨੂੰ ਬਣਾਇਆ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਹੈ ਕਿ ਉਦੋਂ ਪਹਿਲਾਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕੀ ਸੀ ਤੇ ਕੀ ਨਹੀਂ ਸੀ। ਘੁੱਪ ਹਨੇਰਾ ਸੀ ਦੁਨੀਆ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਅਰਪਦ ਨਰਪਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸ਼ੁਨ ਸਮਾਦ ਲਗਾਏਂਗੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਅਰਪਦ ਨਰਪਦ ਧੁੰਦੂਕਾਰਾ। ਪਾਤਸ਼ਾਹ ਜੀ ਕਹਿੰਦੇ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ, ਜਿਸ ਦੀ ਗਿਣਤੀ ਵਾਸਤੇ ਅਰਪਦ ਨਰਪਦ ਲਫ਼ਜ਼ ਵੀ ਵਰਤੇ ਨਹੀਂ ਜਾ ਸਕਦੇ। ਹਨੇਰੇ ਘੁੱਪ ਦੀ ਹਾਲਤ ਸੀ, ਭਾਵ ਅਜਿਹੀ ਹਾਲਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਦੇ ਬਾਬਤ ਕੁਝ ਨਹੀਂ ਦੱਸਿਆ ਜਾ ਸਕਦਾ ਕਿ ਪਹਿਲਾਂ ਕੀ ਸੀ ਤੇ ਕੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਧਰਤੀ ਸੀ ਨਾ ਆਕਾਸ਼ ਸੀ, ਨਾ ਹੀ ਕਿਤੇ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ ਉਹ ਚੱਲ ਰਿਹਾ ਸੀ। ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸ਼ੁਨ ਸਮਾਦ ਲਗਾਏਂਗਾ। ਕਹਿੰਦੇ ਨਾ ਦਿਨ ਸੀ ਨਾ ਰਾਤ ਸੀ, ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਨਾ ਚੰਦਰਮਾ ਸੀ ਨਾ ਸੂਰਜ ਸੀ, ਸ਼ੁਨ ਸਮਾਦ ਲਗਾਏਂਗਾ। ਅਕਾਲ ਪੁਰਖ ਆਪ ਹੀ ਆਪਣੇ ਵਿੱਚ ਸਮਾਧੀ ਲਾ ਕੇ ਬੈਠਾ ਹੋਇਆ ਸੀ। ਪਰ ਇੱਥੇ ਕਿਹਾ ਜਾ ਰਿਹਾ ਹੈ, ਜਿਹੜੀ ਪ੍ਰਚਲਿਤ ਗੱਲ ਹੈ ਕਿ ਕ੍ਰਿਸ਼ਨ ਜੀ ਦੁਆਪਰ ਦੇ ਵਿੱਚ ਆਏ ਤੇ ਉਦੋਂ ਪਹਿਲਾਂ ਤ੍ਰੇਤਾ ਵੀ ਟੱਪ ਗਿਆ ਤੇ ਸਤਯੁਗ ਵੀ ਟੱਪ ਗਿਆ। ਹੁਣ ਉਸ ਨੂੰ ਚਲਾ ਕੌਣ ਰਿਹਾ ਸੀ? ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਉਦੋਂ ਪਹਿਲਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਕੀ ਸੀ ਤੇ ਕੀ ਨਹੀਂ ਸੀ। ਉਹਦੇ ਬਾਬਤ ਕੁਝ ਨਹੀਂ ਦੱਸਿਆ ਜਾ ਸਕਦਾ, ਘੁੱਪ ਹਨੇਰਾ ਹੀ ਸੀ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਸਮਝਾਇਆ, ਕਹਿੰਦੇ ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ, ਆਤਮਾ ਵਾਸੁਦੇਵਸ ਜੇ ਕੋ ਜਾਣੈ ਭੇਉ। ਹੁਣ ਦੁਨੀਆ ਦੇ ਲੋਕਾਂ ਦੇ ਵਿੱਚ ਪ੍ਰਚਲਿਤ ਗੱਲ ਸੀ ਕਿ ਕ੍ਰਿਸ਼ਨ ਜੀ ਦੀ ਆਤਮਾ ਸਾਰੇ ਦੇਵਤਿਆਂ ਦੇ ਵਿੱਚ ਵਾਸ ਹੈ। ਉਸ ਦੀ ਆਤਮਾ ਦਾ, ਕ੍ਰਿਸ਼ਨ ਜੀ ਦੀ ਆਤਮਾ ਦਾ, ਆਤਮਾ ਵਾਸੁਦੇਵਸ ਜੇ ਕੋ ਜਾਣੈ ਭੇਉ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਇਸ ਭੇਦ ਨੂੰ ਸਮਝ ਲੈਂਦਾ, ਕਿਹੜਾ ਭੇਦ? ਕਿ ਅਕਾਲ ਪੁਰਖ ਦੇ ਬਰਾਬਰ ਦਾ ਦਰਜਾ ਕ੍ਰਿਸ਼ਨ ਨੂੰ ਨਹੀਂ ਦਿੱਤਾ ਜਾ ਸਕਦਾ। ਕ੍ਰਿਸ਼ਨ ਜੀ ਨੂੰ ਰੱਬ ਨਹੀਂ ਕਿਹਾ ਜਾ ਸਕਦਾ। ਰੱਬ ਸੁਪਰੀਮ ਤਾਕਤ ਹੈ। ਹਾਂ, ਇਹ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਨੇ ਜੋ ਦੁਨੀਆ ਬਣਾਈ ਹੈ ਇਸ ਦੇ ਵਿੱਚ ਕ੍ਰਿਸ਼ਨ ਵਰਗੇ, ਰਾਮ ਵਰਗੇ ਆਏ ਹੋ ਸਕਦੇ ਨੇ, ਕੋਈ ਸ਼ੱਕ ਨਹੀਂ। ਪਰ ਜੇਕਰ ਅਸੀਂ ਕਹਾਂਗੇ ਕਿ ਕ੍ਰਿਸ਼ਨ ਜੀ ਰੱਬ ਨਹੀਂ ਜਾਂ ਰਾਮ ਜੀ ਰੱਬ ਸੀ ਤਾਂ ਇਹ ਗਲਤ ਹੈ। ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਰੱਬ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਇਸ ਗੱਲ ਨੂੰ ਆਪਣੇ ਪੱਲੇ ਬੰਨ੍ਹ ਲਓ। ਕਿੱਧਰ ਨੂੰ ਤੁਰੇ ਫਿਰਦੇ ਜੀ ਤੁਸੀਂ ਤਾਂ ਕ੍ਰਿਸ਼ਨ ਨੂੰ ਰੱਬ ਮੰਨ ਕੇ ਬਹਿ ਗਏ, ਤੁਸੀਂ ਰਾਮ ਨੂੰ ਰੱਬ ਮੰਨ ਕੇ ਬਹਿ ਗਏ ਜੀ। ਗੁਰਮਤਿ ਦਾ ਸਿਧਾਂਤ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਜੇ ਕੋ ਜਾਣ ਭੇਉ, ਕਹਿੰਦੇ ਜਿਹੜਾ ਮਨੁੱਖ ਇਸ ਭੇਦ ਨੂੰ ਜਾਣ ਲੈਂਦਾ ਹੈ ਕਿ ਕ੍ਰਿਸ਼ਨ ਜੀ ਰੱਬ ਨਹੀਂ, ਰਾਮ ਜੀ ਰੱਬ ਨਹੀਂ, ਇਹ ਦੁਨੀਆ ਦੇ ਵਿੱਚ ਆਏ ਹੋ ਸਕਦੇ ਨੇ ਪਰ ਇਹ ਰੱਬ ਨਹੀਂ ਹੈਗੇ। ਸੁਪਰੀਮ ਤਾਕਤ ਹੈ ਜੋ ਅਕਾਲ ਪੁਰਖ ਆਪ ਹੀ ਆਪ ਹੈ। ਅਕਾਲ ਪੁਰਖ ਨੇ ਦੁਨੀਆ ਨੂੰ ਬਣਾਇਆ ਹੈ ਤੇ ਆਪਣੇ ਸਿਸਟਮ ਦੇ ਵਿੱਚ ਸਾਰੀ ਹੀ ਦੁਨੀਆ ਨੂੰ ਚਲਾ ਰਿਹਾ ਹੈ। ਜੇ ਕੋ ਜਾਣੈ ਭੇਉ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਉ। ਹੁਣ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਨਾਨਕ ਪਦ ਦੀ ਵਰਤੋਂ ਕੀਤੀ ਤੇ ਆਖਿਆ ਕਿ ਨਾਨਕ ਤਾਂ ਕਾ ਦਾਸ ਹੈ। ਵੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਆਪ ਨੂੰ ਰੱਬ ਨਹੀਂ ਆਖਿਆ। ਦੁਨੀਆ ਦੇ ਵਿੱਚ ਲੋਕ ਰੱਬ ਮੰਨ ਕੇ ਬਹਿ ਗਏ ਤੇ ਕਹਿੰਦੇ ਨੇ ਸਾਡੇ ਕੋਲ ਆਓ ਤੇ ਅਸੀਂ ਰੱਬ ਹਾਂ, ਅਸੀਂ ਤੁਹਾਡੀਆਂ ਸਾਰੀਆਂ ਲੋੜਾਂ ਨੇ ਜਿਹੜੀਆਂ ਪੂਰੀਆਂ ਕਰਾਂਗੇ, ਤੁਹਾਡੇ ਘਰ ਦੇ ਵਿੱਚ ਦੁੱਖ ਹੈ ਅਸੀਂ ਦੂਰ ਕਰ ਦੇਵਾਂਗੇ, ਅਸੀਂ ਤੁਹਾਨੂੰ ਰੱਬ ਦੇਵਾਂਗੇ। ਦੁਨੀਆ ਦੇ ਲੋਕ ਰੱਬ ਮੰਨ ਕੇ ਬਹਿ ਗਏ ਪਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਤੇ ਵੀ ਆਪਣੇ ਆਪ ਨੂੰ ਮੱਥੇ ਨਹੀਂ ਟਿਕਾਏ, ਆਪਣੇ ਆਪ ਨੂੰ ਰੱਬ ਨਹੀਂ ਖਵਾਇਆ ਕਿ ਮੈਂ ਰੱਬ। ਇਹ ਆਖਿਆ ਨਾਨਕ ਤਾਂ ਕਾ ਦਾਸ ਹੈ, ਨਾਨਕ ਤਾਂ ਉਸ ਅਕਾਲ ਪੁਰਖ ਦਾ ਦਾਸ ਹੈ ਸੋਈ ਨਿਰੰਜਨ ਦੇਉ ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ। ਇੱਥੇ ਅਸੀਂ ਵੀ ਕਈ ਵਾਰ
ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰੱਬ ਕਹਿ ਦਿੰਦੇ ਆ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਤੇ ਵੀ ਆਪਣੇ ਆਪ ਨੂੰ ਰੱਬ ਨਹੀਂ ਅਖਵਾਇਆ। ਇਹ ਆਖਿਆ ਮੈਂ ਤਾਂ ਉਸ ਅਕਾਲ ਪੁਰਖ ਦਾ ਦਾਸ ਹਾਂ, ਸੇਵਕ ਹਾਂ। ਇਸ ਪਾਵਨ ਸਰੂਪ ਦੇ ਵਿੱਚ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਵਾਲ ਕੀਤਾ ਸਾਨੂੰ ਕਿ ਤੁਸੀਂ ਇਹ ਮੰਨਦੇ ਹੋ ਕਿ ਕ੍ਰਿਸ਼ਨ ਜੀ ਦੀ ਆਤਮਾ ਸਾਰੇ ਹੀ ਦੇਵਤਿਆਂ ਦੇ ਵਿੱਚ ਵਸਦੀ ਹੈ, ਵਾਸੂਦੇਵ ਦੇ ਵਿੱਚ ਵੀ ਹੈ, ਤੇ ਕ੍ਰਿਸ਼ਨ ਜੀ ਆਏ ਨੇ ਦੁਆਪਰ ਦੇ ਵਿੱਚ, ਤੇ ਉਦੋਂ ਪਹਿਲਾਂ ਤ੍ਰੇਤਾ ਵੀ ਟੱਪ ਗਿਆ ਯੁੱਗ, ਤੇ ਉਦੋਂ ਪਹਿਲਾਂ ਸਤਯੁਗ ਵੀ ਸੀ, ਉਹਨੂੰ ਚਲਾਉਣ ਵਾਲਾ ਕੌਣ ਸੀ? ਪਰ ਜਦੋਂ ਅਸੀਂ ਗੁਰਮਤਿ ਦੇ ਸਿਧਾਂਤ ਨੂੰ ਪੜ੍ਹਦੇ ਹਾਂ ਤਾਂ ਕਿਤੇ ਵੀ ਇਹ ਗੱਲ ਹੈ ਜਿਹੜੀ ਖਰੀ ਨਹੀਂ ਉਤਰਦੀ। ਜਿਹੜਾ ਅਕਾਲ ਪੁਰਖ ਰੱਬ ਜੀ ਹਨ, ਉਹਦਾ ਕੋਈ ਮਾਂ ਪਿਓ ਨਹੀਂ, ਉਸਦਾ ਕੋਈ ਸਰੀਰ ਨਹੀਂ ਹੈ, ਉਹ ਸਾਡੇ ਤਰ੍ਹਾਂ ਸਰੀਰ ਲੈ ਕੇ ਦੁਨੀਆ ਦੇ ਵਿੱਚ ਨਹੀਂ ਆਏ। ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਨੂੰ ਬਣਾਇਆ, ਇਸ ਦੁਨੀਆ ਨੂੰ ਬਣਾਇਆ, ਤੇ ਇਸ ਦੇ ਵਿੱਚ ਸਰਬ ਵਿਆਪਕ ਹੋ ਕੇ ਇਸ ਕਾਇਨਾਤ ਨੂੰ, ਇਸ ਦੁਨੀਆ ਨੂੰ ਉਹ ਆਪ ਹੀ ਚਲਾ ਰਹੇ ਹਨ। ਇਹ ਗੁਰਮਤਿ ਦਾ ਸਿਧਾਂਤ ਹੈ। ਹੁਣ ਅਗਲੇ ਸ਼ਲੋਕ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਇਆ, ਕਹਿੰਦੇ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਈ। ਕੁੰਭੇ ਭਾਵ ਘੜਾ। ਪਾਤਸ਼ਾਹ ਜੀ ਕਹਿੰਦੇ ਜੇਕਰ ਪਾਣੀ ਨੂੰ ਇਕੱਠਾ ਕਰਨਾ ਹੋਵੇ ਤਾਂ ਘੜੇ ਦੀ ਲੋੜ ਪੈਂਦੀ। ਕੁੰਭੇ ਬੱਧਾ ਜਲ ਰਹਿ, ਘੜੇ ਦੇ ਵਿੱਚ ਪਾਣੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ, ਘੜੇ ਦੇ ਵਿੱਚ ਬੰਨ੍ਹ ਕੇ ਪਾਣੀ ਰੱਖਿਆ ਜਾ ਸਕਦਾ, ਜਲ ਬਿਨ ਕੁੰਭ ਨਾ ਹੋਏ। ਹੁਣ ਜੇਕਰ ਅਸੀਂ ਮਿੱਟੀ ਨੂੰ ਕਹੀਏ ਕਿ ਤੂੰ ਪਾਣੀ ਨੂੰ ਇਕੱਠਾ ਕਰ ਲਵੇਂਗੀ, ਢੇਰੀ ਲਾ ਲਈਏ ਮਿੱਟੀ ਦੀ, ਜਿਹਦੇ ਵਿੱਚ ਪਾਣੀ ਪਾਈਏ ਤਾਂ ਪਾਣੀ ਸਿਮ ਜਾਏਗਾ, ਪਾਣੀ ਨੇ ਇਕੱਠਾ ਨਹੀਂ ਰਹਿਣਾ, ਉਹ ਮਿੱਟੀ ਹੈ ਜਿਹੜੀ ਉਹ ਪਾਣੀ ਨੂੰ ਚੂਸ ਜਾਵੇਗੀ। ਪਰ ਪਾਤਸ਼ਾਹ ਜੀ ਕਹਿੰਦੇ ਕੁੰਭੇ ਬੱਧਾ ਜਲ ਰਹਿ, ਘੜੇ ਦੇ ਵਿੱਚ ਜਲ ਨੂੰ ਪਾਣੀ ਨੂੰ ਬੰਨ੍ਹ ਕੇ ਰੱਖਿਆ ਜਾ ਸਕਦਾ ਹੈ, ਜਲ ਬਿਨ ਕੁੰਭ ਨਾ ਹੋਏ। ਤੇ ਪਾਣੀ ਤੋਂ ਬਿਨਾਂ ਘੜਾ ਵੀ ਤਿਆਰ ਨਹੀਂ ਕੀਤਾ ਜਾ ਸਕਦਾ। ਘੜਾ ਤਿਆਰ ਕਰਨਾ ਹੈ ਤਾਂ ਪਾਣੀ ਦੇ ਵਿੱਚ ਮਿੱਟੀ ਨੂੰ ਗੁੰਨਣਾ ਪਵੇਗਾ, ਰਲਾਉਣਾ ਪਵੇਗਾ, ਮਿਕਸ ਕਰਕੇ ਘੁਮਿਆਰ ਉਸਦਾ ਘੜਾ ਤਿਆਰ ਕਰਦਾ, ਬਰਤਨ ਤਿਆਰ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਜਲ ਤੋਂ ਬਿਨਾਂ ਕੁੰਭ ਨਹੀਂ, ਤੇ ਕੁੰਭ ਤੋਂ ਬਿਨਾਂ ਜਲ ਨੂੰ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਪਾਤਸ਼ਾਹ ਜੀ ਅੱਗੇ ਕਹਿੰਦੇ ਹਨ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਜਿਵੇਂ ਪਾਣੀ ਨੂੰ ਇਕੱਠਾ ਕਰਨ ਦੇ ਲਈ ਮਿੱਟੀ ਦੀ ਲੋੜ ਪਈ ਹੈ, ਪਾਣੀ ਦੀ ਲੋੜ ਪਈ ਹੈ, ਫਿਰ ਪਾਣੀ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਪਾਤਸ਼ਾਹ ਜੀ ਕਹਿੰਦੇ ਜੇਕਰ ਇਸ ਮਨ ਨੂੰ ਬੰਨ੍ਹ ਕੇ ਰੱਖਣਾ ਹੋਵੇ ਨਾ, ਗਿਆਨ ਕਾ ਬੱਧਾ ਮਨ ਰਹਿ, ਤਾਂ ਕਹਿੰਦੇ ਜੇ ਇਹਨੂੰ ਗਿਆਨ ਦੀ ਲੋੜ ਪੈਂਦੀ ਹੈ। ਜੇਕਰ ਗਿਆਨ ਹੈ ਤਾਂ ਮਨ ਨੂੰ ਬੰਨ੍ਹਿਆ ਜਾ ਸਕਦਾ ਹੈ, ਗਿਆਨ ਰੂਪੀ ਘੜੇ ਦੀ ਲੋੜ ਹੈ, ਫਿਰ ਇਹ ਮਨ ਹੈ ਜਿਹੜਾ ਟਿਕ ਸਕਦਾ ਹੈ। ਗੁਰ ਬਿਨ ਗਿਆਨ ਨਾ ਹੋਏ, ਤੇ ਗੁਰੂ ਤੋਂ ਬਿਨਾਂ ਇਸ ਗਿਆਨ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਗੁਰੂ ਨਹੀਂ ਤੇ ਗਿਆਨ ਵੀ ਨਹੀਂ ਹੈ ਸਾਡੇ ਜੀਵਨ ਦੇ ਵਿੱਚ। ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਪੈਣਾ ਹੈ, ਗੁਰੂ ਦੇ ਕੋਲ ਆਉਣਾ ਪੈਣਾ ਹੈ, ਗੁਰੂ ਨੂੰ ਪੁੱਛਣਾ ਪੈਣਾ ਕਿ ਕੀ ਸਹੀ ਹੈ ਤੇ ਕੀ ਠੀਕ ਹੈ, ਕੀ ਅਸੀਂ ਕਰਨਾ ਜ਼ਿੰਦਗੀ ਦੇ ਵਿੱਚ, ਕੀ ਨਹੀਂ ਕਰਨਾ, ਕਿਹੜੇ ਕਰਮ ਕਾਂਡਨੇ ਤੇ ਕੀ ਗੁਰਮਤਿ, ਸਾਨੂੰ ਗੁਰੂ ਨੂੰ ਪੁੱਛਣਾ ਪੈਣਾ। ਪਾਤਸ਼ਾਹ ਜੀ ਕਹਿੰਦੇ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਗਿਆਨ ਦੇ ਵਿੱਚ, ਗਿਆਨ ਦੇ ਨਾਲ ਹੀ ਇਹ ਮਨ ਜਿਹੜਾ ਬੰਨ੍ਹ ਕੇ ਰੱਖਿਆ ਜਾ ਸਕਦਾ। ਤਾਂ ਹੀ ਪਾਤਸ਼ਾਹ ਜੀ ਨੇ ਬਾਣੀ ਵਿੱਚ ਆਖਿਆ ਸੀ ਨਾ, ਮਨ ਸਮਝਾਵਣ ਕਾਰਨੇ ਕਛੁਕ ਪੜੀ ਹੈ ਗਿਆਨ। ਮਨ ਨੂੰ ਜੇਕਰ ਸਮਝਾਉਣਾ ਹੈ ਨਾ, ਜੇਕਰ ਟਿਕਾਉਣਾ ਹੈ ਤਾਂ ਗਿਆਨ ਹੈ ਜਿਹੜਾ ਸਾਨੂੰ ਪ੍ਰਾਪਤ ਕਰਨਾ ਪੈਣਾ। ਕਛੁਕ ਪੜੀ ਹੈ ਗਿਆਨ। ਹੁਣ ਬਹੁਤੇ ਗ੍ਰੰਥਾਂ ਦੀ ਗੱਲ ਨਹੀਂ ਕੀਤੀ, ਬਹੁਤੀਆਂ ਕਿਤਾਬਾਂ ਦੀ ਗੱਲ ਨਹੀਂ ਕੀਤੀ ਕਿ ਬਹੁਤ ਸਾਰੀਆਂ ਪੜ੍ਹ ਲੈ, ਕਹਿੰਦੇ ਥੋੜਾ ਜਿਹਾ ਚਾਹੇ ਪੜ੍ਹ ਲੈ, ਜੇਕਰ ਗਿਆਨ ਜੀਵਨ ਦੇ ਵਿੱਚ ਆ ਗਿਆ ਮਨ ਟਿਕ ਜਾਣ। ਕਛੁਕ ਪੜੀ ਹੈ ਗਿਆਨ। ਹੁਣ ਗਿਆਨ ਕੀ ਹੈ ਇਹ ਨਹੀਂ। ਅੱਜ ਬਹੁਤੀ ਵਾਰ ਸਮਾਜ ਦੇ ਵਿੱਚ ਵੇਖੀਦਾ ਨਾ, ਕੋਈ ਕੁਝ ਸ਼ਬਦ ਯਾਦ ਕਰਕੇ, ਕੋਈ ਗੱਲਾਂ ਯਾਦ ਕਰਕੇ ਜਿਹੜਾ ਆਪਣੇ ਆਪ ਨੂੰ ਧਰਮੀ ਖਵਾਉਂਦਾ, ਜਦੋਂ ਉਹਦੇ ਸਾਹਮਣੇ ਖਲੋਂਦਾ ਹੈ ਨਾ ਤਾਂ ਪ੍ਰਮਾਣ ਤੇ ਪ੍ਰਮਾਣ ਦਿੱਤੀ ਜਾਏਗਾ ਗੁਰਬਾਣੀ ਦਾ ਕਿ ਮੈਨੂੰ ਆ ਵੀ ਪਤਾ ਹੈ, ਮੈਨੂੰ ਆ ਵੀ ਪਤਾ ਹੈ, ਮੈਨੂੰ ਫਲਾਣੀ ਚੀਜ਼ ਦਾ ਵੀ ਪਤਾ ਹੈ। ਇਹ ਗਿਆਨ ਨਹੀਂ ਹੈਗਾ, ਇਹਨੂੰ ਗਿਆਨ ਨਹੀਂ ਕਿਹਾ ਜਾ ਸਕਦਾ। ਇਹ ਦੁਨਿਆਵੀ ਤੌਰ ਤੇ ਵਿਦਿਆ ਜ਼ਰੂਰ ਹੋ ਸਕਦੀ, ਇਹ ਗਿਆਨ ਨਹੀਂ ਹੈ। ਗਿਆਨ ਕੀ ਹੈ? ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਜਦੋਂ ਬੰਦਾ ਆਪਣੇ ਜੀਵਨ ਦੇ ਵਿੱਚ ਕਮਾ ਲਵੇ, ਗੁਰਬਾਣੀ ਸਾਡੇ ਜੀਵਨ ਦੇ ਵਿੱਚੋਂ ਉਭਰੇ, ਗੁਰਬਾਣੀ ਦੀ ਗੱਲ ਸਾਡੇ ਜੀਵਨ ਦੇ ਵਿੱਚੋਂ ਜਦੋਂ ਵੇਖਣੀ ਸ਼ੁਰੂ ਹੋ ਜਾਵੇ ਤਾਂ ਕਿਹਾ ਜਾ ਸਕਦਾ ਇਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਤੇ ਪਾਤਸ਼ਾਹ ਜੀ ਨੇ ਆਖਿਆ ਸੀ ਗੁਰਬਾਣੀ ਬਣੀ ਹੈ। ਗੁਰਬਾਣੀ ਬਣਨ ਦਾ ਭਾਵ ਇਹ ਹੈ ਕਿ ਗੁਰਬਾਣੀ ਦੀ ਸਿੱਖਿਆ ਸਿੱਖ ਦੇ ਜੀਵਨ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਵੇ। ਕੱਲਾ ਕੱਲਾ ਕੰਮ ਸਿੱਖ ਦਾ ਗੁਰਬਾਣੀ ਦੇ ਸ਼ਬਦ ਦੀ ਜਦੋਂ ਵਿਆਖਿਆ ਕਰਨੀ ਸ਼ੁਰੂ ਕਰ ਦੇਵੇ
ਤਾਂ ਅਸੀਂ ਕਹਿ ਸਕਦੇ ਇਸ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਇਸ ਨੂੰ ਗੁਰੂ ਤੋਂ ਗਿਆਨ ਹੈ ਜਿਹੜਾ ਉਹ ਪ੍ਰਾਪਤ ਕਰ ਲਿਆ ਹੈ। ਇਸ ਪਾਵਨ ਸ਼ਲੋਕ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਸਮਝਾਇਆ ਹੈ ਕਿ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। हे ਭਲਿਆ, ਜੇਕਰ ਤੂੰ ਗਿਆਨ ਪ੍ਰਾਪਤ ਕਰਨਾ ਹੈ ਤਾਂ ਗੁਰੂ ਦੇ ਕੋਲ ਆ ਜਾ। ਗੁਰੂ ਨੇ ਹੀ ਤੈਨੂੰ ਗਿਆਨ ਦੇਣਾ ਹੈ। ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਗਿਆਨ ਤੋਂ ਬਿਨਾਂ ਇਹ ਮਨ ਹੈ ਜਿਹੜਾ ਉਹ ਟਿਕ ਨਹੀਂ ਸਕਦਾ। ਪਹਿਲੇ ਸ਼ਲੋਕ ਦੇ ਅੰਦਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਹ ਸਮਝਾਇਆ ਕਿ ਅਸੀਂ ਰੱਬ ਜੀ ਦਾ ਦਰਜਾ ਜਿਹੜਾ ਉਹ ਕ੍ਰਿਸ਼ਨ ਜੀ ਨੂੰ ਨਹੀਂ ਦੇ ਸਕਦੇ। ਕ੍ਰਿਸ਼ਨ ਜੀ ਰੱਬ ਨਹੀਂ ਹੈਗੇ, ਰਾਮ ਜੀ ਰੱਬ ਨਹੀਂ। ਅਕਾਲ ਪੁਰਖ ਆਪ ਸੁਪਰੀਮ ਤਾਕਤ ਹੈ ਤੇ ਅਸੀਂ ਅਕਾਲ ਪੁਰਖ ਦੇ ਨਾਲ ਜੁੜਨਾ, ਨਾ ਕਿ ਕ੍ਰਿਸ਼ਨ ਜੀ ਦੇ ਨਾਲ ਜੁੜਨਾ। ਹੁਣ ਕਈਆਂ ਨੂੰ ਗੁੱਸਾ ਵੀ ਲੱਗਣਾ ਲੱਗੀ ਜਾਵੇ, ਕਿਉਂਕਿ ਘਰਾਂ ਦੇ ਵਿੱਚ ਕਈ ਵਾਰ ਵੇਖਣ ਨੂੰ ਮਿਲ ਜਾਂਦਾ, ਜਾਣ ਦਾ ਮੌਕਾ ਮਿਲ ਜਾਂਦਾ। ਕਈ ਘਰਾਂ ਦੇ ਵਿੱਚ ਇੱਕ ਪਾਸੇ ਮਨ ਘੜਤ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਸਵੀਰ ਲਾਈ ਹੁੰਦੀ ਹੈ, ਦੂਜੇ ਬੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਟੰਗੀ ਹੁੰਦੀ ਹੈ, ਵਿਚਾਲੇ ਕ੍ਰਿਸ਼ਨ ਜੀ ਜਾਂ ਰਾਮ ਜੀ ਜਾਂ ਲక్ష్ਮੀ ਦੀ ਫੋਟੋ ਜਿਹੜੀ ਟੰਗੀ ਹੁੰਦੀ ਹੈ। ਜਿਹੜੇ ਟੰਗਦੇ ਨੇ ਉਹਨਾਂ ਨੂੰ ਗੁੱਸਾ ਤਾਂ ਫਿਰ ਲੱਗਣਾ ਹੀ ਹੈ, ਪਰ ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਜਿਹੜੀ ਗੱਲ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ ਹੈ ਤੇ ਉਹ ਮੇਰਾ ਕੰਮ ਹੈ ਸੰਗਤ ਦੇ ਵਿੱਚ ਗੁਰਮਤਿ ਦੇ ਸਿਧਾਂਤ ਨੂੰ ਰੱਖਣਾ ਕਿ ਗੁਰਬਾਣੀ ਸਾਨੂੰ ਕੀ ਸਮਝਾ ਰਹੀ ਹੈ। ਅਸੀਂ ਮਨ ਘੜਤ ਜਿਹੜੀਆਂ ਗੱਲਾਂ ਨੇ ਜਿਹੜੇ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਹਾਂ, ਇਹ ਵੀ ਗੱਲ ਤਾਂ ਅਸੀਂ ਸੁਣੀ ਸੀ ਨਾ ਕਿ ਕ੍ਰਿਸ਼ਨ ਜੀ ਦੀ ਆਤਮਾ ਸਾਰਿਆਂ ਦੇ ਵਿੱਚ ਵਾਸ ਕਰਦੀ ਹੈ, ਕ੍ਰਿਸ਼ਨ ਜੀ ਰੱਬ ਨੇ। ਪਰ ਜਿਹਨੇ ਅੱਜ ਸੁਣਿਆ ਕਿ ਕ੍ਰਿਸ਼ਨ ਜੀ ਰੱਬ ਨਹੀਂ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਵਾਲ ਕੀਤਾ ਤਾਂ ਉਹਨੂੰ ਗੁੱਸਾ ਤਾਂ ਲੱਗਣਾ ਹੈ। ਸੋ ਕਿਸੇ ਦੀ ਪਰਵਾਹ ਨਹੀਂ ਹੈ, ਪਰਵਾਹ ਨਹੀਂ ਕਿਸੇ ਕਿਹੜੀ ਬਾਤ ਸੱਚੇ ਨਾ। ਸੋ ਲੋੜ ਹੈ ਸਾਨੂੰ ਅਕਾਲ ਪੁਰਖ ਦੇ ਨਾਲ ਜੁੜੀਏ, ਆਪ ਬਾਣੀ ਪੜ੍ਹੀਏ, ਵਿਚਾਰੀਏ, ਆਪਣੇ ਜੀਵਨ ਦੇ ਵਿੱਚ ਕਮਾਈਏ, ਬਾਣੀ ਨੂੰ ਸਮਝੀਏ ਕਿ ਗੁਰਬਾਣੀ ਨੇ ਸਾਡੇ ਸਾਹਮਣੇ ਕੀ ਹੈ ਜਿਹੜੀ ਸਿੱਖਿਆ ਰੱਖੀ, ਕੀ ਸਾਨੂੰ ਸਮਝਾਇਆ ਗੁਰੂ ਸਾਹਿਬਾਨਾਂ ਨੇ, ਤਾਂ ਹੀ ਸਾਡਾ ਜੀਵਨ ਜੇ ਚੰਗਾ ਬਣ ਸਕਦਾ ਹੈ, ਗੁਰਮਤਿ ਦੀ ਸੂਝੀ ਸਾਨੂੰ ਆ ਸਕਦੀ ਹੈ। ਸੋ ਵਿਚਾਰਾਂ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਅਤੇ ਸੰਗਤ ਬਖਸ਼ਣ ਯੋਗ ਨੇ, ਅਣਜਾਣ ਸਮਝ ਕੇ ਬਖਸ਼ਿਆ ਜੇ। ਅਖੀਰ ਦੇ ਵਿੱਚ ਫਤਿਹ ਪ੍ਰਵਾਨੋ ਜੀ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।